ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ। ਸਾਡੀ ਪਾਰਟੀ ਦੇ ਮੀਡੀਆ ਦੇ ਕੋ ਕਨਵੀਨਰ ਹਰਦੇਵ ਸਿੰਘ ਉਭਾ ਜੀ ਵੀ ਮੇਰੇ ਨਾਲ ਮੌਜੂਦ ਨੇ। ਅੱਜ ਦੋ ਬੜੇ ਮਹੱਤਵਪੂਰਨ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਪਹਿਲਾ ਵਿਸ਼ੇ ਇਹ ਹੈ ਕਿ ਜਿਸ ਪ੍ਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਭਰਤੀਆਂ ਦੇ ਮਾਮਲੇ 'ਚ ਨਿੱਤ ਘੁਟਾਲੇ ਦੀਆਂ ਖਬਰਾਂ ਇੱਕ ਤੋਂ ਬਾਅਦ ਇੱਕ ਆ ਰਹੀਆਂ, ਉਸੇ ਹੀ ਕੜੀ 'ਚ ਕੱਲ ਜਿਹੜਾ ਟੀਚਰ ਐਲੀਜੀਬਿਲਟੀ ਟੈਸਟ ਹੋਇਆ ਉਹਦੇ ਅੰਦਰ ਜਿਸ ਪ੍ਰਕਾਰ ਪ੍ਰਸ਼ਨ ਪੱਤਰ ਆਇਆ, ਅਸੀਂ ਸਭ ਨੇ ਉਹ ਦੇਖਿਆ, ਤੁਸੀਂ ਮੀਡੀਆ ਦੇ ਮਾਧਿਅਮ ਨਾਲ ਵੀ ਦਿਖਾਇਆ। ਮਲਟੀਪਲ ਚੁਆਇਸ ਕੁਐਸਚਨ ਦੇ ਕੁਐਸਚਨ ਪੇਪਰ 'ਚ 60 ਚੋਂ 48 ਸਵਾਲ ਐਸੇ ਸੀ ਜਿਨ੍ਹਾਂ ਦੇ ਉੱਤਰ ਬੋਲਡ ਕੀਤੇ ਹੋਏ ਸੀ, ਔਰ ਉਹ ਬਹੁਤ ਸਾਰੀ ਜਗ੍ਹਾ ਤੇ ਉਹੀ ਕੁਐਸਚਨ ਪੇਪਰ ਗਿਆ ਜਿਹਦੇ ਅੰਦਰ ਆਨਸਰ ਵੀ ਬੋਲਡ ਕੀਤੇ ਹੋਏ ਸੀ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਕੈਮ ਹੈ। ਮੈਨੂੰ ਪਤਾ ਲੱਗਿਆ ਕਿ ਸਵੇਰੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਹੋਏਗੀ, ਔਰ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਇਨਕੁਆਇਰੀ ਕਮੇਟੀ ਵੀ ਬਣਾਈ ਹੈ। ਲੇਕਿਨ ਸਵਾਲ ਇੱਥੇ ਇਹ ਹੈ ਕਿ ਇਹ ਕੋਈ ਛੋਟੀ ਮੋਟੀ ਚੂਕ ਨਹੀਂ ਹੈ ਜਿਹਦੀ ਯੂਨੀਵਰਸਿਟੀ ਲੈਵਲ ਤੇ ਕੋਈ ਕਮੇਟੀ ਬਣਾ ਕੇ ਇਨਕੁਆਇਰੀ ਕਰਕੇ 2-4 ਛੋਟੇ ਕਰਮਚਾਰੀਆਂ ਨੂੰ ਤੁਸੀਂ ਉਹਦਾ ਦੋਸ਼ੀ ਠਹਿਰਾ ਕੇ ਉਹਨਾਂ ਤੇ ਕਾਰਵਾਈ ਕਰ ਦਿਓ। ਇਹ ਜਿਹੜੀ ਲਗਾਤਾਰ ਕੜੀਆਂ ਜੁੜ ਰਹੀਆਂ, ਤੁਹਾਨੂੰ ਯਾਦ ਹੋਏਗਾ ਕਿ ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਾਸਤੇ ਜਿਹੜਾ ਟੈਸਟ ਹੋਇਆ ਸੀ ਉਹਦੇ ਅੰਦਰ ਵੀ ਵੱਡੇ ਪੱਧਰ ਦਾ ਸਕੈਮ ਹੋਇਆ ਸੀ, ਔਰ ਇੱਕੋ ਹੀ ਸੈਂਟਰ 'ਚ ਬੈਠੇ ਬੱਚੇ ਕਿਵੇਂ ਉਹ ਟੈਸਟ 'ਚ ਪਾਸ ਹੋ ਗਏ ਔਰ ਕਿਵੇਂ ਉਹ ਸਿਲੈਕਟ ਹੋ ਗਏ, ਉਹਦੇ ਬਾਰੇ 'ਚ ਵੀ ਜਾਂਚ ਅਜੇ ਤੱਕ ਸਰਕਾਰ ਕਰ ਰਹੀ ਹੈ। ਕੀਤਾ ਕੁਛ ਨਹੀਂ। ਜਿਸ ਪ੍ਰਕਾਰ ਨਾਲ ਉੱਥੇ ਕਪਲੇਬਾਜ਼ੀ ਕਰਕੇ ਬੱਚਿਆਂ ਨੂੰ ਸਿਲੈਕਟ ਕਰਾਇਆ ਗਿਆ, ਉਸੇ ਤਰ੍ਹਾਂ ਦਾ ਉਪਰਾਲਾ ਇਸ ਟੈਸਟ ਕਰਨ ਦੀ ਮੈਨੂੰ ਲੱਗਦਾ ਹੈ ਕਿ ਕੋਸ਼ਿਸ਼ ਸੀ। ਕੁਐਸਚਨ ਪੇਪਰ ਕਿਸੇ ਸਿਲੈਕਟਡ ਸੈਂਟਰ ਜਾਂ ਸਿਲੈਕਟਡ ਕੈਂਡੀਡੇਟਸ ਕੋਲ ਜਾਣੇ ਸੀ ਜਿੱਥੇ ਆਨਸਰ ਬੋਲਡ ਕੀਤੇ ਹੋਏ ਸੀ, ਤਾਂ ਕਿ ਉਹ ਬੱਚੇ ਆਰਾਮ ਨਾਲ ਪੇਪਰ ਦੇ ਕੇ ਵੱਧ ਨੰਬਰ ਲੈ ਕੇ ਸਿਲੈਕਟ ਹੋ ਜਾਣ। ਲੇਕਿਨ ਗਲਤੀ ਨਾਲ ਕਹਿ ਲਓ, ਭੁਲੇਖੇ ਨਾਲ ਕਹਿ ਲਓ, ਜੋ ਵੀ ਕਹਿ ਲਓ, ਉਹ ਕੁਐਸਚਨ ਪੇਪਰ ज़्यादा ਗਿਣਤੀ 'ਚ ਛਪ ਗਏ ਔਰ ज़्यादा ਬੱਚਿਆਂ ਕੋਲ ਚਲੇ ਗਏ, ਲੀਕ ਹੋ ਗਏ, ਔਰ ਇਹ ਸਾਰਾ ਭੰਡਾ ਫੋੜ ਹੋਇਆ। ਲੇਕਿਨ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਜਾਪਦੀ ਹੈ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਕੁਝ ਸਿਲੈਕਟਡ ਲੋਕਾਂ ਨੂੰ ਸਿਲੈਕਟ ਕਰਾਉਣ ਦੀ ਕੋਸ਼ਿਸ਼ ਇਹਦੇ ਪਿੱਛੇ ਹੋ ਸਕਦੀ ਹੈ। ਇਸ ਕਰਕੇ ਇਹ ਜਿਹੜੀ ਯੂਨੀਵਰਸਿਟੀ ਦੀ ਇਨਕੁਆਇਰੀ ਕਮੇਟੀ ਹੈ ਜਾਂ ਮੰਤਰੀ ਸਾਹਿਬ ਦੀ ਇਨਕੁਆਇਰੀ ਕਮੇਟੀ ਹੈ, ਸਾਨੂੰ ਇਹ 'ਤੇ ਕੋਈ ਵਿਸ਼ਵਾਸ ਨਹੀਂ ਹੈ, ਕਿਉਂਕਿ ਇਹਨਾਂ ਦਾ ਰਿਕਾਰਡ ਹੀ ਹੈ। ਮੈਂ ਇੱਕ ਜ਼ਿਕਰ ਕੀਤਾ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਸਕੈਮ ਦਾ। ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ, ਉਸ ਵੀਡੀਓ 'ਚ ਮੰਤਰੀ ਜੀ ਦੀ ਹਾਜ਼ਰੀ 'ਚ ਇੱਕ ਵਿਅਕਤੀ ਕਹਿ ਰਿਹਾ ਹੈ ਕਿ ਮੰਤਰੀ ਜੀ ਨੇ ਆਪ ਦਖਲਅੰਦਾਜ਼ੀ ਕਰਕੇ ਓਵਰ ਏਜ ਡਾਕਟਰ ਨੂੰ ਨੌਕਰੀ ਦਵਾਈ। ਉਸ ਕੇਸ ਦਾ ਕੀ ਬਣਿਆ? ਐਸੀਆਂ ਹੋਰ ਕਿੰਨੀਆਂ ਉਦਾਹਰਨਾਂ ਲਗਾਤਾਰ ਆ ਰਹੀਆਂ ਜੋ ਇਹ ਗੱਲ ਨੂੰ ਦਰਸਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਬੜੀ ਇਮਾਨਦਾਰ, ਕੱਟੜ ਇਮਾਨਦਾਰ ਘੋਸ਼ਿਤ ਕਰਦੀ ਹੈ, ਰੋਜ਼ ਆਪੇ ਹੀ ਆਪਣੇ ਆਪ ਨੂੰ ਸਰਟੀਫਿਕੇਟ ਦੇ ਦਿੰਦੀ ਹੈ, ਉਹਨਾਂ ਦੇ ਰਾਜ 'ਚ ਨੌਕਰੀਆਂ ਦੇ ਮਾਮਲੇ 'ਚ ਪੈਸਿਆਂ ਦਾ ਲੈਣ ਦੇਣ, ਕਪਲਾ, ਇਹ ਆਮ ਗੱਲ ਹੁੰਦੀ ਜਾ ਰਹੀ ਹੈ, ਸਕੈਮ ਆਮ ਗੱਲ ਹੁੰਦੀ ਜਾ ਰਹੀ ਹੈ। ਔਰ ਕੱਲ੍ਹ ਦਾ ਜਿਹੜਾ ਇਹ ਪੂਰਾ ਮਾਮਲਾ ਹੈ ਟੀਚਰ ਐਲੀਜੀਬਿਲਟੀ ਟੈਸਟ ਦਾ, ਇਹ ਉਸੇ ਕੜੀ ਦਾ ਇੱਕ ਹਿੱਸਾ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਇਸ ਮਾਮਲੇ 'ਚ CBI ਜਾਂਚ ਦੀ ਮੰਗ ਕਰਦੀ ਹੈ, ਕਿਉਂਕਿ ਪੁਰਾਣੀਆਂ ਜਿੰਨੀਆਂ ਵੀ ਕਮੇਟੀਆਂ ਇਹਨਾਂ ਨੇ ਬਣਾਈਆਂ ਕਿਸੇ ਦਾ ਕੋਈ ਰਿਜ਼ਲਟ ਨਤੀਜਾ ਨਹੀਂ ਆਇਆ। ਇਸ ਕਰਕੇ ਸਾਡੀ ਮੁੱਖ ਮੰਤਰੀ ਸਾਹਿਬ ਤੋਂ ਸਪਸ਼ਟ ਮੰਗ ਹੈ ਕਿਉਂਕਿ ਦੇਖੋ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦੇ ਨਾਲ ਜੁੜਿਆ ਹੋਇਆ। ਅੱਜ ਉਹਨਾਂ ਬੱਚਿਆਂ ਦੇ ਦਿਲ ਤੇ ਕੀ ਬੀਤ ਰਹੀ ਹੋਏਗੀ ਜਿਹੜੇ ਵਿਚਾਰੇ ਇੰਨੀ ਮਿਹਨਤ ਨਾਲ ਤਿਆਰੀ ਕਰਕੇ ਕੱਲ ਪੇਪਰ ਦੇਣ ਗਏ, ਪੇਪਰ ਦੇ ਕੇ ਆਏ ਔਰ ਸ਼ਾਮ ਨੂੰ ਉਹਨਾਂ ਨੂੰ ਪਤਾ ਲੱਗਿਆ ਜੀ ਪੇਪਰ ਤਾਂ ਲੀਕ ਹੋ ਗਿਆ ਸੀ, ਪੇਪਰ ਕੈਂਸਲ ਹੋ ਗਿਆ। ਉਹਨਾਂ ਦੀ ਜਿਹੜੀ ਪ੍ਰਤਾੜਨਾ ਹੋਈ ਹੈ, ਜੋ ਜਿਸ ਦੌਰ 'ਚੋਂ ਇਸ ਵੇਲੇ ਉਹ ਗੁਜ਼ਰ ਰਹੇ ਹੋਣਗੇ, ਜੋ ਉਹਨਾਂ ਨੂੰ ਮਾਨਸਿਕ ਯਾਤਨਾ ਸਹਿਣ ਕਰਨੀ ਪਈ ਹੈ, ਉਹਦੇ ਲਈ ਕੌਣ ਜ਼ਿੰਮੇਦਾਰ ਹੈ? ਕਿਆ ਯੂਨੀਵਰਸਿਟੀ ਦੇ 2-3-4 ਕਲਰਕਾਂ ਤੇ ਕਿ ਸੁਪਰਡੈਂਟ ਨੂੰ ਤੁਸੀਂ ਜ਼ਿੰਮੇਦਾਰ ਠਹਿਰਾ ਕੇ ਬਚ ਸਕਦੇ ਹੋ? ਸੋ ਇਸ ਕਰਕੇ ਇਸ ਪੂਰੇ ਮਾਮਲੇ ਦੀ CBI ਜਾਂਚ ਮੁੱਖ ਮੰਤਰੀ ਸਾਹਿਬ ਕਰਨ ਔਰ ਮਾਨਯੋਗ ਮੰਤਰੀ ਜੀ ਤੇ ਦੀ ਜ਼ਿੰਮੇਵਾਰੀ ਫਿਕਸ ਕਰਨ, ਕਿਉਂਕਿ ਇਹ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਦਾ ਮਾਮਲਾ ਹੈ ਔਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਡਗਮਗਾ ਗਿਆ ਸਰਕਾਰ ਤੋਂ। ਰੋਜ਼ ਤਾਂ ਕੇਸ ਆ ਰਿਹਾ ਸੀ, ਦੇਖਿਆ ਮਾਨਸਾ ਦੇ ਅੰਦਰ
मतलब सरकार के MLA और सरकार के मंत्री तो करप्शन च इन्वॉल्व ही सीगे। सरारी साहब के केस का की बनया, ऑडियो की जांच हुई क्या? इन्हां दे प्रधान, इन्हां दे जिहड़े ऑफिस बीरर ने पार्टी के, वो लोगों को रिश्वत लैंदियां दी वीडियो वायरल हो रही है। सो किस लैवल ते करप्शन इस सरकार के अंदर चल रही है, वो सरकार के रोज़ नवें जिहड़ा इन्हां दा चेहरा है वो लोगों के सामने नंगा हो रहा है। भ्रष्टाचारियों का अड्डा आम आदमी पार्टी पंजाब की सरकार बन चुकी है। इस करके CBI जांच की असीं मंग करते हैं। दूसरा जिहड़ा मुद्दा है वो भी बड़ा महत्वपूर्ण मुद्दा है, भ्रष्टाचार नाल जुड़िया मुद्दा है। साडे अज कांग्रेस के मित्रों ने एक प्रदर्शन किया है। जो साडे कांग्रेस के मित्र दोस्त भ्रष्टाचार की गल करते हैं तो इंज लगता है जिवें कोई डाकू धर्म प्रचार कर रहा हो तो ईमानदारी का उपदेश दे रहा हो। जिहड़ी पार्टी हिंदुस्तान च भ्रष्टाचार की जननी है, भ्रष्टाचार की नदी कितों भी निकले उहदी गंगोत्री जिहड़ी है उहदा उद्गम स्थल कांग्रेस पार्टी है। चाहे इन्हां दी केंद्र की सरकार सी, 2G स्कैम, कॉमनवैल्थ गेमां च घोटाला, कोयला घोटाला, दूरसंचार घोटाला, घोटालियां दी एड्डी लंबी लिस्ट है कि 10 सालों का इन्हां दा UPA का जिहड़ा शासन सी वो हर महीने एक नवे घोटाले नाल चर्चा च आंदा सी। और केंद्र ते जो सी साडे पंजाब के जिहड़े साथी अज प्रदर्शन कर रहे सी, इन्हां चों किहड़ा ऐसा जिहदा ना किसी घोटाले च नहीं हैगा। और तुसीं देखो सदन के अंदर, हालांकि मुख्यमंत्री के रवैये की असीं कोई सराहना नहीं करते, असीं निंदा ही की जिस प्रकार भगवंत मान साहब ने धमकाया, लेकिन जो सदन चो बोल रहे सी कि तुसीं सारे उंगलां कर करके, उहदे बाद साडे कांग्रेस के मित्रों की सिट्टी पिट्टी गुम हो गई। असीं बजट सैशन च देखा है कांग्रेस कोले बोलण लई कुछ बचिया नहीं सी। सो इस करके भ्रष्टाचार की जो ये गल करते हैं तो अपनी पीढ़ी थले इन्हों सोटा मारना चाहिए है। जितों तक भारतीय जनता पार्टी की केंद्र की सरकार का सवाल है, बेदाग सरकार है, कोई उंगली नहीं उठा सकता। 9 साल का जिहड़ा साडा शासन है वो ईमानदारी का, पारदर्शिता का प्रतीक है। और इस करके नरेंद्र मोदी की लोकप्रियता देश च ही नहीं पूरी दुनिया च है। अज पूरी दुनिया के सब तो लोकप्रिय नेता बन के उभरे ने। और चोणा दर चोणा जिस प्रकार कांग्रेस की हालत हो रही है, पिछले दिनों सूबे के इलैक्शन होए, चाहे वो उत्तर पूर्व के सूबे सी, चाहे वो त्रिपुरा वर्गा वड्डा स्टेट सी, कांग्रेस की की दुर्दशा सी उत्थे। सो लगातार कांग्रेस नू हिंदुस्तान की जनता खारिज कर रही है। सो अपनी खीज मिटाने लई और अपने नेता के कारनामिਆਂ ਦੇ उत्ते पर्दा पाने लई जिस प्रकार नाल इन्हां दे नेता राहुल गांधी ने जाके हिंदुस्तान का अपमान किया, लंदन के अंदर जाके हिंदुस्तान की डेमोक्रेसी का अपमान किया है। क्या कि हिंदुस्तान में लोकतंत्र खत्म हो गया है। एक तरफ पूरी दुनिया हिंदुस्तान के लोकतंत्र को वाह वाह कर रही है, पंचायत तो लैके संसद तक के चुनाव शांतिपूर्ण होंगे हैं, करोड़ों लोग वोट पाते हैं, सरकारां बदलदियां आंदियां ने जांदियां ने, डेमोक्रेसी स्ट्रेंथन हो रही है, दुनिया को एक नवा राह दिखा रही है। और दूसरी तरफ राहुल गांधी जाके हिंदुस्तान की डेमोक्रेसी को अपमानित करने का काम करते हैं। सो अपने नेता के कारनामिਆਂ ਨੂੰ छुपाने लई इस प्रकार का प्रपंच, इस प्रकार के झूठे मुद्दे जिन्हां दा कोई अस्तित्व भी नहीं है, उन्होंने खड़ा करने का काम जिहड़ा कांग्रेस कर रही है। भारतीय जनता पार्टी कांग्रेस के इस रवैये की निंदा भी करती है, उन्होंने सारे आरोपों को खारिज भी करती है और उन्होंने बेनती भी करती है घट्टो घट्ट जिहड़े पंजाब के साडे साथी ने कि तुहाडे खिलाफ जिहड़ियां जांच चल रही हैं उहदे चों जरा पाक साफ होकर तुसीं बाहर निकलो। और एक बार फिर आखिर च मैं आम आदमी पार्टी की सरकार तो और मुख्यमंत्री साहब तो कल जिहड़ा पेपर लीक मामला आया है उसकी CBI जांच की मंग करदा है। तुहाडा कोई सवाल है तो पुछ सकदे हो। सुभाष जी, एक सुखजिंदर रंधावा ने बयान दिता है राजस्थान के जिहड़ा पुलवामा अटैक होया सी उसकी भी जिहड़ी जांच है वो होनी चाहिए, CBI जांच की उन्होंने वालों भी बड़ी मांग की। देखो, मुझे लगता है कि किते ना किते कांग्रेस के नेता अपना मानसिक संतुलन गवा बैठे। राहुल गांधी ने भी की, तुहानूं याद होगा जो पुलवामा अटैक होया, ये सवाल राहुल गांधी ने भी उठाए, ये सवाल अरविंद केजरीवाल ने भी उठाए। मैनू हैरानी है कि इन्होंने शर्म भी नहीं आती। शायद उन्होंने पाकिस्तान के फौजी जनरल की इंटरव्यू नहीं सुनी जिहदे च उन्हें कहा कि पुलवामा का जिहड़ा सारा कांड है वो पाकिस्तान की एजेंसी ने, पाकिस्तान की सेना ने प्लान किया। पाकिस्तान मान रहा पुलवामा अटैक असीं कीता सी,
ਔਰ ਸਾਡੇ ਜਿਹੜੇ ਨੇਤਾ ਨੇ ਕਾਂਗਰਸ ਦੇ ਔਰ ਆਮ ਆਦਮੀ ਪਾਰਟੀ ਦੇ, ਉਹ ਪਾਕਿਸਤਾਨ ਦੀ ਭਾਸ਼ਾ ਬੋਲਦੇ ਨੇ। ਇਸੇ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਦੇ ਡੀਐਨਏ 'ਚ ਕੁਝ ਪ੍ਰੋਬਲਮ ਹੈ। ਰਾਹੁਲ ਗਾਂਧੀ ਚੀਨ ਦੀ ਗੋਚ 'ਚ ਬੈਠਾ ਹੈ। ਰਾਹੁਲ ਗਾਂਧੀ ਜਾ ਕਰਕੇ ਵਿਦੇਸ਼ੀ ਧਰਤੀ ਤੇ ਹਿੰਦੁਸਤਾਨ ਦੀ ਬਦਨਾਮੀ ਕਰਦਾ ਹੈ। ਔਰ ਪੰਜਾਬ ਦੇ ਸਾਡੇ ਲੀਡਰ ਔਰ ਸੁਖਜਿੰਦਰ ਰੰਧਾਵਾ ਜੀ ਨੂੰ ਪੁੱਛੋ ਕਿ ਤੁਸੀਂ ਤਾਂ ਪੰਜਾਬ ਦੇ ਗ੍ਰਹਿ ਮੰਤਰੀ ਸੀ, ਤੁਹਾਡੇ ਗ੍ਰਹਿ ਮੰਤਰੀ ਹੁੰਦਿਆਂ ਪੰਜਾਬ ਜਿਹੜੇ ਅੱਤਵਾਦੀ ਹਮਲੇ ਹੁੰਦੇ ਸੀ, ਤੁਸੀਂ ਤਾਂ ਆਪ ਕਹਿੰਦੇ ਸੀ ਬਾਰਡਰ ਪਾਰ ਤੋਂ ਹਮਲੇ ਹੋ ਰਹੇ ਆ। ਕਿਉਂ ਕਹਿੰਦੇ ਸੀ ਬਾਰਡਰ ਪਾਰ ਤੋਂ ਹਮਲੇ ਹੋ ਰਹੇ ਆ? ਇਸ ਕਰਕੇ ਮਾਨਸਿਕ ਸੰਤੁਲਨ ਆਪਣਾ ਗਵਾ ਚੁੱਕੇ ਨੇ। ਮੋਦੀ ਦੇ ਵਿਰੋਧ 'ਚ ਇੰਨੇ ਅੰਨੇ ਹੋ ਚੁੱਕੇ ਨੇ ਕਿ ਕਦੋਂ ਦੇਸ਼ ਦਾ ਵਿਰੋਧ ਕਰਨ ਲੱਗ ਜਾਂਦੇ ਇਹਨਾਂ ਨੂੰ ਪਤਾ ਨਹੀਂ ਚੱਲਦਾ ਹੈ। ਲੇਕਿਨ ਇਹਨਾਂ ਦੇ ਸਰਵਈਏ ਕਰਕੇ ਲਗਾਤਾਰ ਕਾਂਗਰਸ ਆਪਣੀ ਸਾਖ ਗਵਾ ਰਹੀ ਹੈ, ਹੋਰ ਤੇਜ਼ੀ ਨਾਲ ਗਵਾਏਗੀ। ਔਰ ਤੁਸੀਂ ਦੇਖਣਾ ਆਉਣ ਵਾਲੇ 2024 ਦੇ ਇਲੈਕਸ਼ਨਾਂ 'ਚ ਕਾਂਗਰਸ ਦਾ ਹਸ਼ਰ ਕੀ ਹੋਏਗਾ। ਸਮਾਜਿਕ ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਕਲੈਸ਼ ਹੋਇਆ ਸੀਗਾ, ਇਹ ਸਾਹਮਣੇ ਆਇਆ ਕਿ ਗੋਇੰਦਵਾਲ ਜੇਲ੍ਹ ਪ੍ਰਸ਼ਾਸਨ ਨੇ ਚਿੱਠੀ ਲਿਖੀ ਸੀਗੀ ਏਡੀਜੀਪੀ ਜੇਲ੍ਹ ਨੂੰ ਦਸੰਬਰ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਜੋ ਗੈਂਗਸਟਰਸ ਨੇ ਉਸ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਸ਼ਿਫਟ ਕੀਤਾ ਜਾਏ। ਉਸ ਚਿੱਠੀ ਦੇ ਐਕਟ ਹੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਉਹ ਕਲੈਸ਼ ਜਿਹੜਾ ਹੈ ਜੇਲ੍ਹ ਦੇ ਵਿੱਚ। ਦੇਖੋ ਇਹ ਸਰਕਾਰ, ਮੈਂ ਫਿਰ ਕਹਿ ਰਿਹਾ, ਇਹ ਸਰਕਾਰ ਕਿਸੇ ਵੀ ਇਸ਼ੂ ਤੇ ਸੀਰੀਅਸ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਤੁਹਾਨੂੰ ਯਾਦ ਹੋਏਗਾ ਪਟਿਆਲਾ ਦੇ ਅੰਦਰ ਜਦੋਂ ਹਿੰਸਾ ਹੋਈ ਸੀ ਕਾਲੀ ਮਾਤਾ ਮੰਦਿਰ ਦੇ ਬਾਹਰ, ਕਈ ਹਫ਼ਤੇ ਪਹਿਲੇ ਇੰਟੈਲੀਜੈਂਸ ਦੀਆਂ ਇਨਪੁਟਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਸੀ। ਹੁਣ ਇਹ ਗੋਇੰਦਵਾਲ ਜੇਲ੍ਹ ਦਾ ਮਸਲਾ ਹੈ, ਇਨਪੁਟ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੈ। ਔਰ ਇੱਕ ਹੋਰ ਇਸ਼ੂ ਜੋ ਮੈਂ ਇਹਦੇ ਨਾਲ ਹੀ ਜੋੜਨਾ ਚਾਹੁੰਦਾ, ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਕੋਲੋਂ ਐਕਸ਼ਨ ਟੇਕਨ ਰਿਪੋਰਟ ਮੰਗੀ ਹੈ। ਕਿਸ ਮਾਮਲੇ ਤੇ ਮੰਗੀ ਹੈ? ਇੱਕ ਪੈਨਲ ਬਣਿਆ ਪ੍ਰਧਾਨ ਮੰਤਰੀ ਦੀ ਸੁਰੱਖਿਆ ਚੂਕ ਨੂੰ ਲੈ ਕੇ, ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਉਹ ਬਣਿਆ। ਉਸ ਪੈਨਲ ਨੇ ਆਪਣੀ ਰਿਪੋਰਟ ਸਬਮਿਟ ਕੀਤੀ। ਉਸ ਰਿਪੋਰਟ ਦੇ ਅੰਦਰ ਪੰਜਾਬ ਦੇ ਸਿਵਲ ਪ੍ਰਸ਼ਾਸਨ ਦੇ ਔਰ ਪੁਲਿਸ ਪ੍ਰਸ਼ਾਸਨ ਦੇ ਬਹੁਤ ਸਾਰੇ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਹੋਈ, ਉਹਨਾਂ ਨੂੰ ਦੋਸ਼ੀ ਪਾਇਆ ਗਿਆ। ਉਹ ਐਕਸ਼ਨ ਲੈਣ ਲਈ ਕੇਂਦਰ ਸਰਕਾਰ ਨੇ ਚਿੱਠੀ, ਉਹ ਰਿਪੋਰਟ ਜਿਹੜੀ ਹੈ ਪਿਛਲੇ ਸਾਲ ਸਤੰਬਰ ਅਕਤੂਬਰ ਨੂੰ ਉਹ ਰਿਪੋਰਟ ਭੇਜਤੀ ਸੀ। 6 ਮਹੀਨੇ ਹੋ ਗਏ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹ ਫਾਈਲ ਦੱਬ ਕੇ ਬੈਠੀ ਹੈ। ਭਾਈ ਸਾਹਿਬ ਤੁਸੀਂ ਗੋਇੰਦਵਾਲ ਜੇਲ੍ਹ ਦੀ ਗੱਲ ਕਰਦੇ ਹੋ, ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ 'ਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਦੀ ਰਿਪੋਰਟ, ਉੱਤੇ ਕਾਰਵਾਈ ਦੀ ਚਿੱਠੀ 6 ਮਹੀਨੇ ਤੋਂ ਧੂਲ ਫੱਕ ਰਹੀ ਹੈ ਪੰਜਾਬ ਦੇ ਅੰਦਰ। ਜਿਹੜੀ ਸਰਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹੈ, ਉਹਦੇ ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਜਿਹੜੀ ਸਰਕਾਰ ਆਪਣੇ ਪੁਲਿਸ ਅਫਸਰਾਂ ਤੇ ਹੋਏ ਹਮਲੇ ਦੇ 20 ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ, ਕੋਈ ਐਫਆਈਆਰ ਨਹੀਂ ਕਰ ਰਹੀ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਰਕਾਰ ਤੋਂ ਕੋਈ ਕੀ ਉਮੀਦ ਕਰ ਸਕਦਾ ਹੈ। ਉਹ ਸਰਕਾਰ ਪੰਜਾਬੀਆਂ ਨੂੰ ਕਿੰਨੀ ਕੁ ਸੁਰੱਖਿਆ ਦੇ ਸਕਦੀ ਹੈ। ਇਸ ਕਰਕੇ ਅੱਜ ਪੰਜਾਬੀਆਂ ਦੇ ਮਨ 'ਚ ਡਰ ਤੇ ਭੈ ਦਾ ਵਾਧਾ ਹੈ। ਸ਼ਰਮਾ ਜੀ, ਪੇਪਰ ਜਿਹੜੇ ਲਗਾਤਾਰ ਲੀਕ ਹੋ ਰਹੇ ਨੇ, ਪਹਿਲਾਂ ਵੀ ਤੁਸੀਂ ਤਾਂ ਗੁਜਰਾਤ ਦੀ ਵਿਧਾਨ ਸਭਾ ਇੱਕ ਬਿੱਲ ਲੈ ਕੇ ਆਈ ਹੈ, ਸ਼ਾਇਦ ਗੁਜਰਾਤ ਪ੍ਰੀਖਿਆ ਬਿੱਲ। ਉਹਦੇ ਵਿੱਚ ਇਹ ਹੈ ਕਿ ਜਿਹੜਾ ਕੋਈ ਅਜਿਹਾ ਕੰਮ ਕਰੂਗਾ, ਮਤਲਬ ਕੋਈ ਲੀਕ ਕਰੂਗਾ, ਉਹਨੂੰ 1 ਕਰੋੜ ਰੁਪਏ ਜੁਰਮਾਨਾ ਤੇ ਨਾਲ ਸ਼ਾਇਦ 10 ਸਾਲ ਦੀ ਸਜ਼ਾ ਉਹਨਾਂ ਨੇ ਅਜਿਹਾ ਪ੍ਰਾਵਧਾਨ ਕੀਤਾ ਹੈ। ਕੀ ਪੰਜਾਬ ਸਰਕਾਰ, ਪੰਜਾਬ ਵਿਧਾਨ ਸਭਾ 'ਚ ਕੋਈ ਇਹੋ ਜਿਹਾ ਬਿੱਲ ਜਾਂ ਕੋਈ ਕਾਨੂੰਨ ਵੀ ਲੈ ਕੇ ਆ ਸਕਦੀ? ਨਹੀਂ, ਪੰਜਾਬ ਸਰਕਾਰ ਤੇ ਬਹੁਤ ਕੁਝ ਲੈ ਕੇ ਆ ਸਕਦੀ ਹੈ। ਗੱਲ ਤੇ ਨੀਅਤ ਦੀ ਹੈ। ਪੰਜਾਬ ਸਰਕਾਰ ਦੀ ਨੀਅਤ ਤੇ ਸਵਾਲ ਤੇ ਉਸ ਤੋਂ ਨਾਇਬ ਤਹਿਸੀਲਦਾਰ ਵਾਲੇ ਜਿਹੜਾ ਸਕੈਮ ਹੋਇਆ ਉਹਦੇ ਬਾਰੇ 'ਚ ਕੀ ਕਾਰਵਾਈ ਹੋਈ? ਨੀਅਤ ਹੀ ਖਰਾਬ ਹੈ ਨਾ ਸਾਹਿਬ। ਗੁਜਰਾਤ ਦੀ ਸਰਕਾਰ ਇਸ ਕਰਕੇ ਲੈ ਕੇ ਆਈ ਕਿ ਸਰਕਾਰ ਦੀ ਨੀਅਤ ਸਾਫ਼ ਹੈ ਕਿ ਬੱਚਿਆਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ, ਪੇਪਰ ਲੀਕ ਕਰਨ ਦਾ ਅਪਰਾਧੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਲੇਕਿਨ ਸਾਹਿਬ ਜਦੋਂ ਦੋਸ਼ੀ ਜਿਨ੍ਹਾਂ ਨੂੰ ਸ਼ਹਿ ਮਿਲੀ ਹੋਵੇ ਅਗਰ ਰੂਲਿੰਗ ਪਾਰਟੀ ਤੋਂ, ਤੇ ਫਿਰ ਕਿੱਦਾਂ ਬਿੱਲ ਆਏਗਾ? ਇਸ ਲਈ ਤੁਹਾਡੀ ਗੱਲ ਜਾਇਜ਼ ਹੈ। ਅਸੀਂ ਤਾਂ ਸਵਾਗਤ ਕਰਾਂਗੇ ਪੰਜਾਬ ਸਰਕਾਰ ਇਹੋ ਜਿਹਾ ਉਪਰਾਲਾ ਕਰੇ, ਬਿੱਲ ਲੈ ਕੇ ਆਵੇ, ਕਿਉਂਕਿ ਮੈਰਿਟ ਤੇ ਭਰਤੀ ਕਰਨਾ ਇਹ ਇਨਸਾਫ ਦੀ ਗੱਲ ਹੈ। ਸੁਭਾਸ਼ ਜੀ, ਟੈਟ ਮਾਮਲੇ 'ਚ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏ ਔਰ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਨਹੀਂ, ਦੋਸ਼ੀ ਕੌਣ ਹੈ? ਸਵਾਲ ਤੇ ਇਹੀ ਹੈ ਨਾ ਜੀ। ਕਿਆ ਸਿਰਫ ਛੋਟੇ ਪੱਧਰ ਦੇ ਛੋਟੀ ਮਛਲੀਆਂ ਨੂੰ ਫੜ ਕੇ ਕਿਤੇ ਗੱਲ ਤਾਂ ਨਹੀਂ ਚਲਾਤੀ ਜਾਏਗੀ? ਦੂਜਾ, ਮੁੱਖ ਮੰਤਰੀ ਸਾਹਿਬ ਤਾਂ ਬਹੁਤ ਟਵੀਟ ਕਰਦੇ ਨੇ। ਨਾਇਬ ਤਹਿਸੀਲਦਾਰ ਵਾਲੇ ਕਿਹਦੀ ਗ੍ਰਿਫਤਾਰੀ ਹੋਈ? 20 ਦਿਨ ਪਹਿਲਾਂ ਹਮਲਾ ਹੋਇਆ, ਅਗਲੇ ਦਿਨ ਡੀਜੀਪੀ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਨਾ ਪ੍ਰੈਸ ਕਾਨਫਰੰਸ। ਕੀ ਕਿਹਾ ਜਨਾਲੇ ਐਪੀਸੋਡ ਤੋਂ ਬਾਅਦ ਕਿ ਦੋਸ਼ੀਆਂ ਦੇ ਖਿਲਾਫ ਐਫਆਈਆਰ ਕਰਾਂਗੇ, ਕੀਤੀ ਸੀ ਨਾ? ਹੁਣ ਦੱਸੋ ਕਿੱਥੇ ਐਫਆਈਆਰ ਹੋਈ ਹੈ? ਇਸ ਕਰਕੇ ਸਿਰਫ ਟਵੀਟ ਕਰਕੇ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣਾ ਹੈ। ਕੋਈ ਕਾਰਵਾਈ ਨਹੀਂ ਹੋਣੀ। ਸਾਨੂੰ ਇਹਨਾਂ ਦੀ ਕਿਸੇ ਕਾਰਵਾਈ ਤੇ ਕਿਸੇ ਕਮੇਟੀ ਤੇ ਕੋਈ ਵਿਸ਼ਵਾਸ ਨਹੀਂ ਹੈ। ਅਸੀਂ ਵਾਪਸ ਆਪਣੀ ਮੰਗ ਨੂੰ ਦੁਹਰਾ ਰਹੇ ਹਾਂ, ਸੀਬੀਆਈ ਜਾਂਚ ਹੋਏਗੀ ਤਾਂ ਅਸਲੀ ਦੋਸ਼ੀ ਸਾਹਮਣੇ ਆਉਣਗੇ। ਸੁਭਾਸ਼ ਜੀ, ਵਿਜੀਲੈਂਸ ਲਗਾਤਾਰ ਕਾਰਵਾਈਆਂ ਕਰ ਰਿਹਾ। ਅੱਜ ਗੁਰਪ੍ਰੀਤ ਕਾਂਗੜ ਹੋਰਾਂ ਨੂੰ ਸਮਨ ਕੀਤਾ ਗਿਆ ਸੀਗਾ ਬਠਿੰਡੇ। ਡੀਏ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕੁਲਦੀਪ ਵੈਦ ਹੋਰਾਂ ਦੇ ਵੀ ਜਾਂਚ ਚੱਲ ਰਹੀ ਹੈ। ਵਿਜੀਲੈਂਸ ਲਗਾਤਾਰ ਨੇਤਾਵਾਂ ਦੇ ਸ਼ਿਕੰਜਾ ਕੱਸ ਰਿਹਾ। ਡੀਏ ਮਾਮਲੇ ਜਿਹਨੇ ਲਗਾਤਾਰ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ। ਕਾਂਗੜ ਹੋਰਾਂ ਨੂੰ ਅੱਜ ਬੁਲਾਇਆ ਸੀ। ਦੇਖੋ, ਕਰਪਸ਼ਨ ਦੇ ਮਾਮਲੇ 'ਚ ਅਸੀਂ ਬਹੁਤ ਵਾਰੀ ਪਹਿਲਾਂ ਵੀ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ
ਦੀ ਕਰਪਸ਼ਨ ਦੇ ਬਾਰੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਵਿਜੀਲੈਂਸ ਆਪਣੀ ਜਾਂਚ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਮੈਨੂੰ ਹੈਰਾਨੀ ਇਸ ਗੱਲ ਤੇ ਹੈ ਕਿ ਵਿਜੀਲੈਂਸ ਸਿਲੈਕਟਡ ਲੋਕਾਂ ਤੇ ਜਾਂਚ ਕਿਉਂ ਕਰ ਰਹੀ ਹੈ। ਵਿਜੀਲੈਂਸ ਨੇ ਸਰਾਰੀ ਦੇ ਮਾਮਲੇ 'ਚ ਹਜੇ ਤੱਕ ਐਫਆਈਆਰ ਰਜਿਸਟਰ ਕਰਕੇ ਜਾਂਚ ਕਿਉਂ ਸ਼ੁਰੂ ਨਹੀਂ ਕੀਤੀ। ਆਡੀਓ ਹੈ, ਕਾਂਗੜ ਸਾਹਿਬ ਦੀ ਤਾਂ ਕੋਈ ਆਡੀਓ ਅਸੀਂ ਨਹੀਂ ਸੁਣੀ, ਲੇਕਿਨ ਸਰਾਰੀ ਸਾਹਿਬ ਦੀ ਤਾਂ ਆਡੀਓ ਹੈ, ਸਾਰੇ ਪੰਜਾਬ ਨੇ ਸੁਣਿਆ, ਫਿਕਸਿੰਗ ਕਰ ਰਹੇ ਨੇ। ਇਹਨਾਂ ਦਾ ਮਾਨਸੇ ਵਾਲਾ ਜਿਹੜਾ ਪ੍ਰਧਾਨ ਹੈ ਜਿਹਦੀ ਤਾਂ ਵੀਡੀਓ ਹੈ ਪੈਸੇ ਲੈਂਦਿਆਂ ਦੀ, ਉਹਦੇ ਖਿਲਾਫ ਐਫਆਈਆਰ ਕਿਉਂ ਨਹੀਂ ਹੋਈ ਅਜੇ ਤੱਕ। ਇਹਨਾਂ ਦੇ ਐਮਐਲਏ ਦੇ ਉੱਤੇ ਐਕਸਟੋਰਸ਼ਨ ਦੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਕਿ ਸਾਡੇ ਕੋਲ ਐਕਸਟੋਰਸ਼ਨ ਮੰਗਦੇ ਆ, ਪੈਸੇ ਮੰਗਦੇ ਆ, ਕਿਹਦੇ ਖਿਲਾਫ ਵਿਜੀਲੈਂਸ ਨੇ ਕੇਸ ਰਜਿਸਟਰ ਕੀਤਾ। ਵਿਜੀਲੈਂਸ ਕਰ ਕੀ ਰਹੀ ਹੈ? ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਵਿਜੀਲੈਂਸ ਨੂੰ ਆਪਣੇ ਪੋਲੀਟੀਕਲ ਸਕੋਰ ਪਰਸਨਲ ਕਿੜਾ ਕੱਢਣ ਲਈ ਲਗਾ ਰਹੇ ਹੈ। ਤੁਸੀਂ ਦੇਖੋ, ਐਡਾ ਵੱਡਾ ਪੰਜਾਬ ਦੇ ਸ਼ਹੀਦਾਂ ਦਾ ਜਿਨ੍ਹਾਂ ਨੇ ਜੰਗੇ ਆਜ਼ਾਦੀ 'ਚ ਆਪਣਾ ਯੋਗਦਾਨ ਪਾਇਆ, ਉਸ ਜੰਗੇ ਆਜ਼ਾਦੀ ਦੇ ਸਮਾਰਕ ਦੇ ਵਿਜੀਲੈਂਸ ਕਾਰਵਾਈ ਕਰ ਰਹੀ ਹੈ ਕਿ ਉਹ ਕਿਉਂ ਬਣਾਤਾ ਜੀ। ਲੇਕਿਨ ਆਪਣੇ ਭ੍ਰਸ਼ਟ ਮੰਤਰੀ ਜੀ ਦੀ ਆਡੀਓ ਹੈ, ਉਹਦੇ ਖਿਲਾਫ ਵਿਜੀਲੈਂਸ ਕਾਰਵਾਈ ਨਹੀਂ ਕਰ ਰਹੀ। ਸੋ ਅਸੀਂ ਪੰਜਾਬ ਸਰਕਾਰ ਦੇ ਉਸ ਜਿਹੜਾ ਕਦਮ ਹੈ ਆਪਣੀ ਪਰਸਨਲ ਕਿੜ ਕੱਢਣ ਲਈ, ਮੀਡੀਆ ਨੂੰ ਦਬਾਉਣ ਲਈ, ਮੀਡੀਆ ਨੂੰ ਡਰਾਉਣ ਲਈ ਜਿਸ ਪ੍ਰਕਾਰ ਦਾ ਵਿਜੀਲੈਂਸ ਦਾ ਸਹਾਰਾ ਲੈ ਰਹੀ ਹੈ, ਅਸੀਂ ਉਹਦੀ ਵੀ ਪੁਰਜੋਰ ਨਿੰਦਾ ਕਰਦੇ ਹਾਂ ਔਰ ਸਰਕਾਰ ਨੂੰ ਕਹਿੰਦੇ ਹਾਂ ਕਿ ਇਹਨਾਂ ਹਰਕਤਾਂ ਤੋਂ ਬਾਜ਼ ਆਏ। ਬਾਕੀ ਵਿਜੀਲੈਂਸ ਆਪਣੀ ਜਾਂਚ ਕਰੇ। ਅਸੀਂ ਭ੍ਰਸ਼ਟਾਚਾਰ ਦੇ ਕਿਸੇ ਮਾਮਲੇ 'ਚ ਵਿਜੀਲੈਂਸ ਨੂੰ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਈ ਕੋਸ਼ਿਸ਼ ਨਹੀਂ। ਸੁਭਾਸ਼ ਜੀ, ਪਿਛਲੇ ਦਿਨੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁਲਾਕਾਤ ਹੋਈ ਸੀ ਤੇ ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਪੰਜਾਬ ਵਾਸਤੇ 18 ਕੰਪਨੀਆਂ ਜਿਹੜੀਆਂ ਭੇਜੀਆਂ ਗਈਆਂ, ਚੱਪੇ ਚੱਪੇ ਤੇ ਸ਼ਹਿਰਾਂ ਦੇ ਵਿੱਚ ਆਰਮੀ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ। ਲੱਗਦਾ ਵੀ ਪੰਜਾਬ ਦਾ ਮਾਹੌਲ ਕੋਈ ਖਰਾਬ ਹੋ ਸਕਦਾ? ਦੇਖੋ, ਇਹ ਸਰਕਾਰ ਦਾ ਜੋ ਰਵੱਈਆ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਮਨ 'ਚ ਖਦਸ਼ਾ ਤਾਂ ਪੈਦਾ ਹੋਇਆ ਹੀ ਹੈ। ਜਿਸ ਪ੍ਰਕਾਰ ਦੀਆਂ ਐਂਟੀ ਨੈਸ਼ਨਲ ਫੋਰਸਸ, ਵੱਖਵਾਦੀ ਤਾਕਤਾਂ ਪੰਜਾਬ 'ਚ ਐਕਟਿਵ ਹੋ ਰਹੀਆਂ, ਜਿਸ ਪ੍ਰਕਾਰ ਉਹਨਾਂ ਨੂੰ ਸਰਕਾਰ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਲਗਾਤਾਰ ਹਥਿਆਰ ਡਰੋਨ ਦੇ ਮਾਧਿਅਮ ਨਾਲ ਆ ਰਹੇ ਨੇ, ਕੁਝ ਫੜੇ ਜਾ ਰਹੇ ਨੇ, ਕੁਝ ਨਹੀਂ ਵੀ ਫੜੇ ਜਾ ਰਹੇ ਹੋਣਗੇ। ਲਗਾਤਾਰ ਵਿਦੇਸ਼ਾਂ 'ਚ ਬੈਠੇ ਜਿਹੜੀਆਂ ਵੱਖਵਾਦੀ ਤਾਕਤਾਂ ਹੈ ਉਹਨਾਂ ਦੇ ਬਿਆਨ, ਉਹਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ। ਇਹ ਸਭ ਦੇਖਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਤਾਂ ਸਾਰੇ ਪੰਜਾਬੀਆਂ ਦੇ ਮਨ 'ਚ ਹੈ। ਪਰ ਕੇਂਦਰ ਸਰਕਾਰ ਬਹੁਤ ਸੰਵੇਦਨਸ਼ੀਲ ਹੈ। ਤੁਸੀਂ ਦੇਖੋ, ਜੈਸੇ ਹੀ ਪੰਜਾਬ ਸਰਕਾਰ ਨੇ ਮੰਗ ਕੀਤੀ, ਕੇਂਦਰ ਨੇ ਤੁਰੰਤ ਐਕਸ਼ਨ ਲਿਆ ਔਰ ਕੰਪਨੀ ਭੇਜੀਆਂ। ਲੇਕਿਨ ਸਵਾਲ ਤਾਂ ਇਹ ਹੈ ਕਿ ਕਾਨੂੰਨ ਵਿਵਸਥਾ ਸਟੇਟ ਸਬਜੈਕਟ ਹੈ, ਉਹ ਸੂਬੇ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਦੇ ਨਾਤੇ ਔਰ ਗ੍ਰਹਿ ਮੰਤਰੀ ਦੇ ਨਾਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਜ਼ਿੰਮੇਵਾਰੀ ਹੈ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਏ ਨੇ। ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਯਕੀਨੀ ਬਣਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ ਨੇ। ਅੱਜ ਜਿਸ ਪ੍ਰਕਾਰ ਰੋਜ਼ ਤੁਸੀਂ ਦੇਖੋ, ਅੱਜ ਵੀ ਮੈਂ ਸਵੇਰੇ ਦੇਖਿਆ ਅੰਮ੍ਰਿਤਸਰ 'ਚ ਲੁੱਟ ਦੀ ਘਟਨਾ ਦੀ ਰਿਪੋਰਟਿੰਗ ਹੋ ਰਹੀ ਹੈ, ਲਗਾਤਾਰ ਡਕੈਤੀਆਂ ਹੋ ਰਹੀਆਂ। 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਜੂਲਰ ਕੋਲੋਂ ਪੈਸੇ ਲੈ ਗਏ, ਜਲੰਧਰ ਦੇ ਅੰਦਰ ਪੈਟਰੋਲ ਪੰਪ ਤੋਂ ਲੁੱਟ ਹੋ ਗਈ। ਲਗਾਤਾਰ ਐਕਸਟੋਰਸ਼ਨ ਦੀਆਂ ਕਾਲਸ ਆ ਰਹੀਆਂ ਨੇ, ਫਿਰੌਤੀ ਦੀਆਂ ਕਾਲਸ ਆ ਰਹੀਆਂ ਨੇ। ਕੋਈ ਕਾਰਵਾਈ ਪੁਲਿਸ ਵੱਲੋਂ ਜਿਹੜੀ ਹੈ ਕਿਸੇ ਪ੍ਰਕਾਰ ਦੀ ਹੋ ਨਹੀਂ ਰਹੀ ਹੈ। ਸੋ ਇਹਨਾਂ ਸਾਰੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਦੇ ਹਾਲਾਤ ਨਿਸ਼ਚਿਤ ਰੂਪ ਨਾਲ ਚਿੰਤਾਜਨਕ ਨੇ। ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਉਹ ਕੁੰਭ ਕਰਨੀ ਨੀਂਦ ਤੋਂ ਜਾਗਣ ਔਰ ਮੁੱਖ ਮੰਤਰੀ ਦੇ ਨਾਤੇ, ਗ੍ਰਹਿ ਮੰਤਰੀ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾਉਣ। ਸ਼ਰਮਾ ਜੀ, ਕਿਸਾਨ ਦੀ ਅੱਜ ਸੀਬੀਆਈ ਦੀ ਜਾਂਚ ਦੇ ਖਿਲਾਫ ਜਿਹੜੀ ਹੋਈ ਸੀ ਕਿਸਾਨਾਂ ਕੋਲ ਤੇ ਉਹਦੇ ਨੇ ਅੱਜ ਆਰਥਿਕ ਮੁਜ਼ਾਹਰੇ ਵੀ ਕੀਤੇ ਨੇ, ਰਾਸ਼ਟਰਪਤੀ ਨਾਲ ਚਿੱਠੀਆਂ ਵੀ ਲਿਖੀਆਂ ਨੇ, ਡੀਸੀ ਨੂੰ ਮੰਗ ਪੱਤਰ ਪੁੱਛੇ ਨੇ, ਉਹਦੇ ਬਾਰੇ ਕੀ ਕਹੋਗੇ? ਦੇਖੋ, ਲੋਕਤੰਤਰ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਉਹ ਆਪਣਾ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ, ਆਪਣੀ ਮੰਗ ਉਠਾ ਰਹੇ ਨੇ। ਬਾਕੀ ਸੀਬੀਆਈ ਸੁਤੰਤਰ ਜਾਂਚ ਏਜੰਸੀ ਹੈ, ਉਹਦੇ ਕੋਲੇ ਜਦੋਂ ਕੋਈ ਮਾਮਲਾ ਰਿਪੋਰਟ ਹੁੰਦਾ ਤਾਂ ਉੱਤੇ ਕਾਰਵਾਈ ਕਰਦੀ ਹੈ। ਵੀ ਜੇਕਰ ਕਹਿੰਦੇ ਵੱਡਾ ਐਕਸ਼ਨ ਕਰ ਦੇਣਗੇ ਦਿੱਲੀ ਦੇ ਵਿੱਚ, ठीक है ना, सबनों लोकतंत्र से अधिकार है। शर्मा जी, ओल्ड पेंशन स्कीम, हिंदी में जवाब दीजिएगा। ओल्ड पेंशन स्कीम को लेकर बड़ी राजनीति पूरे देश में हो रही है, पंजाब बीजेपी का क्या स्टैंड है इस मुद्दे को? देखिए, केंद्र सरकार ने जो नई पेंशन स्कीम शुरू की है, उस न्यू पेंशन स्कीम को लेके पूरे देश और पूरी राज्य सरकारों ने सहमति जताई और सब में वो लागू भी है। अब कांग्रेस ने राजनीतिक लाभ लेने के लिए फिर से ओल्ड पेंशन स्कीम का मुद्दा उठाया, लेकिन आप देखिए कि ये सिर्फ पॉलिटिकल इशू है। हिमाचल में कांग्रेस की सरकार बन गई, लेकिन अभी तक ओल्ड पेंशन स्कीम के बारे में उन्होंने कोई उसमें आगे प्रोग्रेस नहीं की। और हम पंजाब में बैठे हैं, पंजाब में तो और भी इंटरेस्टिंग बात हुई। हिमाचल और गुजरात के चुनाव में आम आदमी पार्टी ने वादा किया था कि हम ओल्ड पेंशन स्कीम लेके आएंगे। अब वहाँ के लोगों को विश्वास दिलाने के लिए पंजाब में कैबिनेट की मीटिंग बुलाई जाती है। कैबिनेट की मीटिंग में ओल्ड पेंशन स्कीम को एक्सेप्ट किया जाता है, नोटिफिकेशन किया जाता है।
और अब जब बजट आता है, बजट में एक नया पैसा भी ओल्ड पेंशन स्कीम के लिए नहीं रखा जाता। ये अपने आप में दर्शाता है कि ये सिर्फ राजनीतिक मुद्दा, लोगों को, हमारे जो कर्मचारी भाई हैं उनको मूर्ख बनाने का इनका हथकंडा है। इनकी कोई गंभीरता इस मुद्दे को लेके नहीं। कल पंजाब में टीचर एलिजिबिलिटी टेस्ट का जो प्रश्न पत्र लीक हुआ है, जिस प्रकार से 80 प्रश्नों में से कुछ प्रश्नों के जो उत्तर उनके बोल्ड होकर के ही क्वेश्चन पेपर में आ गए, वो साफ दिखा रहा है कि आम आदमी पार्टी की सरकार में भर्तियों के मामले में घोटाले एक के बाद एक हो रहे हैं। इससे पहले भी हमने देखा कि नायब तहसीलदार की परीक्षा में भी घोटाले की, स्कैम की खबरें आई थी। एक ही सेंटर से सभी लोग उस टेस्ट को पास करके सिलेक्ट हो गए। अभी तक उसकी जांच का कोई नतीजा नहीं निकला, किसी पर कोई कार्रवाई नहीं हुई। उसी कड़ी में कल ये कोशिश थी कि कुछ सिलेक्टेड लोगों को ऐसे क्वेश्चन पेपर दे दिए जाएं जिनमें आंसर बोल्ड लिखे हों, ताकि वो आराम से उन आंसर को टिक करें, सिलेक्ट हो जाएं और नौकरी प्राप्त कर लें। इसमें भी बहुत बड़े स्कैम का अंदेशा है। और चूंकि पंजाब सरकार के बड़े लोग और पंजाब सरकार भी इस पूरे स्कैम में शामिल है, इसलिए पंजाब सरकार की किसी कमेटी से हमें न्याय की कोई उम्मीद नहीं है। ये पंजाब के लाखों विद्यार्थियों के भविष्य का सवाल है, जो पढ़ने लिखने के बाद टीचर बनना चाहते हैं, अध्यापक बनना चाहते हैं। इसलिए भारतीय जनता पार्टी पंजाब इस मामले पर तुरंत सीबीआई जांच की मांग करती है और मुख्यमंत्री को कहती है कि वो इसकी सीबीआई जांच कराएं, ताकि पंजाब के लोगों के मन में विश्वास बन सके कि सरकार सचमुच इसमें कुछ करना चाहती है। अन्यथा हमारा यह स्पष्ट आरोप है कि सरकार के बहुत बड़े बड़े लोगों की इस पूरे स्कैम में भागीदारी है।